ਦੋਸਤੋ ਅਗਰ ਤੁਹਾਡਾ ਅਮਰੀਕਾ ਦਾ ਗ੍ਰੀਨ ਕਾਰਡ ਗਵਾਚ ਗਿਆ ਜਾਂ ਤੁਹਾਡਾ ਅਮਰੀਕਾ ਦਾ ਗ੍ਰੀਨ ਕਾਰਡ ਐਕਸਪਾਇਰ ਹੋਣ ਵਾਲਾ ਹੈ, ਉਹਨੂੰ ਹੁਣ ਰਿਪਲੇਸ ਕਰਨ ਦਾ ਜਾਂ ਨਵਾਂ ਲੈਣ ਦਾ ਕੀ ਤਰੀਕਾ ਹੈ, ਕਿਹੜਾ ਫਾਰਮ ਲੱਗੇਗਾ, ਕਿਹੜੇ ਡਾਕੂਮੈਂਟਸ ਲੱਗਣਗੇ ਔਰ ਕਿਸ ਨਾਲ ਤੁਹਾਡੀ ਫੀਸ ਮਾਫ ਹੋਏਗੀ, ਇਹ ਸਾਰੀ ਗੱਲ ਮੈਂ ਤੁਹਾਨੂੰ ਅੱਜ ਇਸ ਵੀਡੀਓ 'ਚ ਦੱਸਣੀ ਹੈ। ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਆਖਰ ਤੱਕ ਦੇਖਣਾ। ਇੱਕ ਐਸੀ ਗੱਲ ਦੱਸਾਂਗਾ ਜਿਹਦੇ ਨਾਲ ਤੁਹਾਡੀ ਟੈਨਸ਼ਨ ਵੀ ਰਿਲੀਜ਼ ਹੋਏਗੀ। ਤੇ ਦੋਸਤੋ ਪਹਿਲੇ ਦੱਸਾਂਗਾ ਜਿਨ੍ਹਾਂ ਦਾ ਗ੍ਰੀਨ ਕਾਰਡ ਗਵਾਚ ਜਾਇਆ ਔਰ ਉਹਨਾਂ ਨੂੰ ਹੁਣ ਰਿਪਲੇਸ ਕਰਨਾ ਹੈ, ਉਹਨਾਂ ਨੇ ਕੀ ਕਰਨਾ ਹੈ। ਉਹਨਾਂ ਦੇਖੋ ਦੋਵਾਂ ਸੂਰਤਾਂ 'ਚ ਫਾਰਮ ਇੱਕੋ ਹੀ ਹੈ, I-90 ਫਾਰਮ। ਭਾਵੇਂ ਤੁਸੀਂ ਰਿਨਿਊ ਕਰਾਣਾ, ਭਾਵੇਂ ਤੁਹਾਡਾ ਗਵਾਚਾ ਹੈ, ਦੋਵਾਂ ਸੂਰਤਾਂ 'ਚ ਇੱਕੋ ਹੀ ਫਾਰਮ ਫਿਲ ਕੀਤਾ, ਫੀਸ ਨਾਲ ਲਾਣੀ ਹੈ। ਹੁਣ ਯਾਦ ਰੱਖੋ, ਜਦੋਂ ਤੁਹਾਡਾ ਆਪਣਾ ਗ੍ਰੀਨ ਕਾਰਡ ਗਵਾਚ ਗਿਆ, ਆਪਸ਼ਨਲ ਹੈ, ਮੇਰਾ ਮਸ਼ਵਰਾ ਵੀ ਹੈ ਕਿ ਨਾਲ ਪੁਲਿਸ ਰਿਪੋਰਟ ਲਾਓ। ਪੁਲਿਸ ਨੂੰ ਰਿਪੋਰਟ ਕਰ ਦਿਓ ਜਾ ਕੇ, ਵੀ ਇਹ ਮੇਰਾ ਮਸਲਾ ਹੋਇਆ, ਮੇਰਾ ਗ੍ਰੀਨ ਕਾਰਡ ਗਵਾਚ ਗਿਆ, ਮੈਨੂੰ ਪੁਲਿਸ ਰਿਪੋਰਟ ਦੇ ਦਿਓ, ਉਹ ਨਾਲ ਅਟੈਚ ਕਰ ਦਿਓ, ਨਾਲ ਗ੍ਰੀਨ ਕਾਰਡ ਦੀ ਕਾਪੀ ਲਾਓ। ਗ੍ਰੀਨ ਕਾਰਡ ਦੀ ਕਾਪੀ ਮੈਂ ਹਮੇਸ਼ਾ ਕਹਿੰਦਾ ਵਾ ਕਿ 1-2 ਕਰਾ ਕੇ ਆਪਣੀ ਸੇਫ ਜਗ੍ਹਾ ਤੇ ਘਰ 'ਚ ਰੱਖੋ, ਤਾਂ ਕਿ ਕੱਲ ਨੂੰ ਕੋਈ ਮਸਲਾ ਬਣ ਜਾਏ ਤਾਂ ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਉਹ ਤੁਸੀਂ ਲਾ ਕੇ ਜਮ੍ਹਾਂ ਕਰਵਾ ਦੇਣੀ ਹੈ। ਫੀਸ ਮਾਫ ਕਰਨ ਦਾ ਤਰੀਕਾ ਆਖਰ ਤੇ ਦੱਸਾਂਗਾ, ਉਹ ਵੀ ਉਧਰ ਵੀ ਆ ਰਿਹਾ ਵਾ। ਹੁਣ ਤੁਸੀਂ ਕੀ ਹੋਇਆ ਕਿ ਤੁਹਾਡਾ ਕਾਰਡ ਜਮ੍ਹਾਂ, ਤੁਹਾਡੇ ਕਾਗਜ਼ ਜਮ੍ਹਾਂ ਹੋ ਗਏ, ਹੁਣ ਤੁਹਾਡੇ ਕੋਲ ਕੋਈ ਗ੍ਰੀਨ ਕਾਰਡ ਨਹੀਂ ਹੈਗਾ। ਹੁਣ ਤੁਸੀਂ ਪਰੇਸ਼ਾਨ ਹੋ ਕਿ ਯਾਰ ਮੇਰੇ ਕੋਲ ਗ੍ਰੀਨ ਕਾਰਡ ਨਹੀਂ ਹੈਗਾ, ਮੈਂ ਤਾਂ ਇਹ ਜਮ੍ਹਾਂ ਕਰਾਇਆ, ਪਤਾ ਨਹੀਂ 6 ਮਹੀਨੇ ਲੱਗ ਜਾਣ, ਮੇਰਾ ਕੀ ਹੋਏਗਾ? ਕੁਛ ਵੀ ਨਹੀਂ ਹੋਏਗਾ। ਤੁਹਾਡਾ ਸਟੇਟਸ ਗ੍ਰੀਨ ਕਾਰਡ ਹੋਲਡਰ ਵਾਲਾ ਹੀ ਹੈ, ਤੁਸੀਂ ਉਹੋ ਹੀ ਹੋ, ਸਿਰਫ ਤੁਹਾਡੇ ਕੋਲ ਕਾਰਡ ਨਹੀਂ ਹੈਗਾ। ਉਹਦੇ 'ਚ ਨਾ ਤੁਸੀਂ ਟਰੈਵਲ ਨਹੀਂ ਕਰ ਸਕਦੇ, ਜੌਬ 'ਚ ਕੋਈ ਪ੍ਰੋਬਲਮ ਬਣ ਸਕਦੀ ਹੈ ਅਗਰ ਉਹਨੂੰ ਜ਼ਰੂਰਤ ਪੈ ਜਾਏ, ਬਾਕੀ ਕੋਈ ਤੁਹਾਨੂੰ ਕੱਢ ਨਹੀਂ ਸਕਦਾ, ਗ੍ਰਿਫਤਾਰ ਨਹੀਂ ਕਰ ਸਕਦਾ, ਪਰੇਸ਼ਾਨ ਨਹੀਂ ਹੋਣਾ। ਹਾਂ, ਤੁਸੀਂ ਕੀ ਕਰਨਾ ਹੈ ਕਿ ਜਦੋਂ ਤੁਹਾਨੂੰ ਗ੍ਰੀਨ ਕਾਰਡ ਤੁਸੀਂ ਜਮ੍ਹਾਂ ਕਰਾਤਾ ਔਰ ਤੁਹਾਨੂੰ ਇੱਕ ਰਸੀਦ ਹੈਗੀ, ਐਕਨੋਲੇਜਮੈਂਟ ਰਸੀਦ I-797, ਉਹ ਤੁਸੀਂ ਆਪਣੇ ਕੋਲ ਸੰਭਾਲ ਕੇ ਰੱਖਣੀ, ਉਹਦੀ ਵੀ ਕਾਪੀ ਬਣਾ ਲੈਣੀ, ਇੱਕ ਘਰ ਰੱਖਣੀ ਹੈ, ਇੱਕ ਆਪਣੇ ਕੋਲ ਸੰਭਾਲ ਕੇ ਰੱਖਣੀ ਹੈ। ਉਹ ਤੁਹਾਡਾ ਕੋਲ ਸਬੂਤ ਹੈ ਕਿ ਤੁਹਾਡੇ ਡਾਕੂਮੈਂਟ ਜਮ੍ਹਾਂ ਹੋਏ ਨੇ। ਹੁਣ ਦੇਖੋ, ਕੱਲ ਯਾਦ ਰੱਖਣਾ, ਟਾਈਮ ਬਹੁਤ ਜ਼ਿਆਦਾ ਲੱਗਦਾ ਹੈ, ਤੇ ਜਦੋਂ ਤੁਸੀਂ ਰਿਨਿਊ ਵਾਸਤੇ ਜਾਂਦੇ ਹੋ ਨਾ, ਤੇ ਉਹ ਤੁਹਾਨੂੰ ਐਕਸਟੈਂਸ਼ਨ ਦੇ ਦਿੰਦੇ ਨੇ। ਤੁਸੀਂ ਜਾ ਰਹੇ ਹੋ ਗਵਾਚੇ ਦੀ ਸੂਰਤ 'ਚ, ਤੁਹਾਡੇ ਕੋਲ ਤਾਂ ਕਾਰਡ ਹੀ ਨਹੀਂ ਹੈਗਾ, ਤੁਹਾਨੂੰ ਐਕਸਟੈਂਸ਼ਨ ਕਿਸ ਨਾਲ ਦੇਣਗੇ? ਉਹ ਤੇ ਐਕਸਟੈਂਸ਼ਨ ਤੇ ਸਟicker ਲੱਗਦਾ ਕਾਰਡ ਦੇ ਉੱਤੇ, ਤੁਹਾਡੇ ਕੋਲ ਤਾਂ ਕਾਰਡ ਹੀ ਨਹੀਂ ਹੈਗਾ। ਤੁਹਾਨੂੰ ਕੀ ਕਰ ਸਕਦੇ ਨੇ, ਜਾਂ ਤੇ ਤੁਹਾਨੂੰ ਫੌਰੀ ਤੌਰ ਤੇ ਕਾਰਡ ਹੀ ਭੇਜਣਗੇ ਜਦੋਂ ਵੀ ਤੁਹਾਡਾ ਨਵਾਂ ਬਣ ਕੇ, ਨਹੀਂ ਤੇ ਉਹ ਤੁਹਾਨੂੰ ਐਕਸਟੈਂਸ਼ਨ ਪਾਸਪੋਰਟ ਦੇ ਉੱਤੇ ਤੁਹਾਡੇ I-551 ਵਾਲੀ ਮੋਹਰ ਲਾ ਦੇਣਗੇ। ਉਹ ਗ੍ਰੀਨ ਕਾਰਡ ਹੀ ਸਮਝੋ। ਉਹਦਾ ਮਤਲਬ ਹੈ ਕਿ ਤੁਸੀਂ ਗ੍ਰੀਨ ਕਾਰਡ ਹੋਲਡਰ ਹੋ, ਉੱਤੇ ਤੁਸੀਂ ਫਿਰ ਸਫ਼ਰ ਵੀ ਕਰ ਸਕੋਗੇ। ਇਸ ਵਾਸਤੇ ਪਰੇਸ਼ਾਨ ਨਹੀਂ ਹੋਣਾ ਕਿ ਯਾਰ ਮੇਰੇ ਸਟੇਟਸ ਦਾ ਕੀ ਬਣੇਗਾ, ਟੈਨਸ਼ਨ ਨਹੀਂ ਹੋਣੀ, ਤੁਹਾਡਾ ਕੋਈ ਸਟੇਟਸ ਖਰਾਬ ਨਹੀਂ ਹੋਣਾ। ਫਿਰ ਤੁਹਾਡਾ ਗ੍ਰੀਨ ਕਾਰਡ ਆ ਜਾਏਗਾ, ਤੁਸੀਂ ਉਹਨੂੰ ਯੂਜ਼ ਕਰੋ, ਡੈਟਸ ਗੁੱਡ। ਇਹ ਤਰੀਕਾਕਾਰ ਜੇ ਕਿਸੇ ਦਾ ਗਵਾਚਿਆ ਹੈ। ਤੇ ਜਿਨ੍ਹਾਂ ਨੇ ਰਿਨਿਊ ਕਰਾਣਾ ਉਹਨਾਂ ਦਾ ਤੇ ਬਹੁਤ ਹੀ ਸਿੱਧਾ ਤਰੀਕਾਕਾਰ ਹੈ। ਉਹਨਾਂ ਨੇ ਫਾਰਮ ਉਹੀ I-90 ਜਮ੍ਹਾਂ ਕਰਾਣਾ, ਫਿਲ ਕਰਨਾ, ਨਾਲ ਤੁਸੀਂ ਉਹਨਾਂ ਨੇ ਆਪਣਾ ਕਾਰਡ ਲਾਣਾ, ਕਾਰਡ ਦੀ ਕਾਪੀ ਲਾਣੀ ਹੈ, ਡਾਕੂਮੈਂਟਸ ਲਾ ਕੇ ਜਮ੍ਹਾਂ ਕਰਾ ਦੇਣਾ। ਬਾਇਓਮੈਟ੍ਰਿਕਸ ਹੋਣਗੇ। ਪਹਿਲੀ ਸੂਰਤ ਗਵਾਚਣ ਦੀ ਸੂਰਤ ਬਾਇਓਮੈਟ੍ਰਿਕ ਦੇ ਚਾਂਸ ਘੱਟ ਨੇ, ਦੂਜੀ ਸੂਰਤ 'ਚ ਹੋਣੇ ਹੀ ਹੋਣੇ ਨੇ, ਕਿਉਂਕਿ ਤੁਹਾਡੇ ਆਖਰੀ ਵਾਰੀ 10 ਸਾਲ ਪਹਿਲੇ ਹੋਏ ਸਨ, ਤੇ 10 ਸਾਲ ਦਾ ਗ੍ਰੀਨ ਕਾਰਡ ਤੁਹਾਡਾ ਐਕਸਪਾਇਰ ਹੋ ਰਿਹਾ। 6 ਮਹੀਨੇ ਪਹਿਲੇ ਜਮ੍ਹਾਂ ਕਰਵਾ ਦਿਓ, ਇਹ ਮੇਰਾ ਮਸ਼ਵਰਾ। 6 ਮਹੀਨੇ ਪਹਿਲੇ ਤੁਸੀਂ ਕਰਾ ਸਕਦੇ ਹੋ। ਉਹਦੀ ਵਜ੍ਹਾ ਹੈਗੀ ਹੈ ਕਿ ਟਾਈਮ ਲੱਗਦਾ ਹੈ ਤੇ ਤੁਹਾਡੇ ਕੋਲ ਗ੍ਰੀਨ ਕਾਰਡ ਹੋਣਾ ਚਾਹੀਦਾ। ਲੇਕਿਨ ਅਗਰ ਤੁਹਾਡਾ ਆਲਰੇਡੀ ਐਕਸਪਾਇਰ ਹੋ ਚੁੱਕਿਆ ਹੈ, ਘਬਰਾਣਾ ਨਹੀਂ, ਤੁਹਾਡਾ ਸਟੇਟਸ ਵੀ ਬਿਲਕੁਲ ਠੀਕ ਹੈ, ਕੋਈ ਪ੍ਰੋਬਲਮ ਦੀ ਗੱਲ ਨਹੀਂ ਗੀ। ਤੁਸੀਂ ਵੀ I-797 ਰਸੀਦ ਜਿਹੜੀ ਉਹ ਆਪਣੇ ਕੋਲ ਰੱਖਣੀ ਹੈ ਜਦੋਂ ਤੁਸੀਂ ਡਾਕੂਮੈਂਟ ਜਮ੍ਹਾਂ ਕਰਵਾ ਦੇਣੇ ਨੇ। ਤੁਹਾਡੀ ਸੂਰਤ 'ਚ ਅਗਰ ਤੁਹਾਨੂੰ ਐਕਸਟੈਂਸ਼ਨ ਮਿਲਦੀ ਹੈ ਤੇ ਸਟicker ਲਗਾਤਾ ਜਾਏਗਾ ਤੁਹਾਡੇ ਗ੍ਰੀਨ ਕਾਰਡ ਦੇ ਉੱਤੇ, 2 ਸਾਲ 3 ਸਾਲ 4 ਸਾਲ ਜਿੰਨੀ ਵੀ ਐਕਸਟੈਂਸ਼ਨ ਦੇਣ, ਔਰ ਉਸ ਤੋਂ ਬਾਅਦ ਤੁਹਾਡਾ ਗ੍ਰੀਨ ਕਾਰਡ ਆ ਜਾਏਗਾ। ਫਿਕਰ ਨਹੀਂ ਕਰਨੀ, ਬਿਲਕੁਲ ਸਟ੍ਰੇਟ ਸਿੱਧਾ ਸਿਸਟਮ ਹੈ। ਬਹੁਤ ਸਾਰੀਆਂ ਸਟੇਟਾਂ ਨਵਾਂ ਹੀ ਦਿੰਦੀਆਂ ਨੇ, ਬਹੁਤ ਸਾਰੀਆਂ ਸਟੇਟਾਂ ਐਕਸਟੈਂਸ਼ਨ ਲਾ ਦਿੰਦੀਆਂ ਨੇ, ਟੈਨਸ਼ਨ ਨਹੀਂ ਲੈਣੀ। ਡਿਪੈਂਡ ਕਰਦਾ ਕਿੱਥੇ ਕਿੰਨੇ ਕੇਸ ਹੈਗੇ ਨੇ। ਇਹ ਤੁਹਾਡਾ ਇੱਕ ਤਰੀਕਾਕਾਰ ਹੋ ਗਿਆ। ਤੁਸੀਂ ਜਾਣਾ, ਉਸ ਤੋਂ ਬਾਅਦ ਤੁਹਾਡਾ ਗ੍ਰੀਨ ਕਾਰਡ ਘਰ ਬਣ ਕੇ ਆ ਜਾਏਗਾ, ਬਾਇਓਮੈਟ੍ਰਿਕ ਤੁਹਾਡੇ ਹੋ ਜਾਣਗੇ। ਹੁਣ ਆ ਗਈ ਗੱਲ ਕਿ ਜੇ ਅਸੀਂ ਫੀਸ ਮਾਫ ਕਰਾਣੀ ਹੈ, ਜੇ ਤੁਸੀਂ ਫੀਸ ਮਾਫ ਕਰਾਣੀ ਹੈ, ਉਹਦੇ ਵਾਸਤੇ ਸ਼ਰਤ ਹੈ ਕਿ ਤੁਸੀਂ ਕੋਈ ਵੈਲਫੇਅਰ ਲੈਂਦੇ ਹੋ, ਯਾਨੀ ਤੁਸੀਂ ਲੋ ਇਨਕਮ ਹੋਵੋ, ਤੁਸੀਂ ਲੈ ਰਹੇ ਹੋ ਮੈਡੀਕੇਡ ਲੈ ਰਹੇ ਹੋ, ਤੁਸੀਂ ਜਨਾਬੇ ਵਾਲਾ ਉਹ ਲੈ ਰਹੇ ਹੋ, ਫੂਡ ਸਟੈਂਪ ਲੈ ਰਹੇ ਹੋ, ਵਿਕ ਲੈ ਰਹੇ ਹੋ, ਜਾਂ ਕੋਈ ਕੈਸ਼ ਅਸਿਸਟੈਂਸ ਲੈ ਰਹੇ ਹੋ। ਇਹਦਾ ਮਤਲਬ ਹੈ ਕਿ ਤੁਸੀਂ ਲੋ ਇਨਕਮ ਹੋ, ਤੁਹਾਡੇ ਕੋਲ ਸਬੂਤ ਹੈਗਾ। ਅਗਰ ਤੁਸੀਂ ਉਹਨਾਂ ਚੋਂ ਕੁਝ ਨਹੀਂ ਲੈ ਰਹੇ ਔਰ ਫਿਰ ਵੀ ਲੋ ਇਨਕਮ ਹੋ, ਤੇ ਫਿਰ ਤੁਸੀਂ ਨਾਲ ਆਪਣੀ ਟੈਕਸ ਰਿਟਰਨ ਲਾ ਸਕਦੇ ਹੋ। ਇਹ ਕਿਹਦੇ ਨਾਲ ਲਾਣੀ ਹੈ? ਸਭ ਤੋਂ ਇੰਪੋਰਟੈਂਟ ਫਾਰਮ ਫੀਸ ਮਾਫ ਕਰਾਉਣ ਵਾਸਤੇ ਇੱਕੋ ਹੀ ਹੈ, ਔਰ ਉਹਦਾ ਨੰਬਰ ਹੈ I-912। ਉਹ ਫਾਰਮ ਫਿਲ ਕਰਨਾ ਹੈ, ਉਹਦੇ ਨਾਲ ਸਬੂਤ ਲਾਣਾ। ਸਬੂਤ ਜਾਂ ਤੇ ਤੁਹਾਡੀ ਜਿਹੜੀ ਵੈਲਫੇਅਰ ਲੈ ਰਹੇ ਹੋ ਉਹ ਕਿਸੇ ਕਾਰਡ ਦੀ ਕਾਪੀ ਲੱਗੇਗੀ। ਅਗਰ ਕੋਈ ਵੈਲਫੇਅਰ ਨਹੀਂ ਲੈ ਰਹੇ ਮਗਰ ਸਟਿਲ ਤੁਸੀਂ ਲੋ ਇਨਕਮ ਹੋ, ਤੇ ਫਿਰ ਤੁਹਾਡੀ ਟੈਕਸ ਰਿਟਰਨ ਦੀ ਕਾਪੀ ਜਾਂ ਟ੍ਰਾਂਸਕ੍ਰਿਪਟ ਦੀ ਕਾਪੀ ਨਾਲ ਲੱਗ ਕੇ ਜਾਏਗੀ। ਹੁਣ ਯਾਦ ਰੱਖੋ, ਜਦੋਂ ਤੁਸੀਂ ਕਰਨਾ ਹੈ ਨਾ I-90 ਦੇ ਨਾਲ 912 ਯਾਨੀ ਫੀਸ ਮਾਫ ਕਰਾਉਣ ਵਾਸਤੇ, ਤੇ ਉਹ ਡਾਕ 'ਚ ਜਾਣਾ ਹੈ, ਉਹ ਆਨਲਾਈਨ ਨਹੀਂ ਹੋਣਾ। ਆਨਲਾਈਨ I-90 ਕੱਲਾ ਹੋਣਾ। ਜੇ ਫੀਸ ਮਾਫ ਕਰਾਣੀ ਹੈ ਤੇ ਫਿਰ ਹਮੇਸ਼ਾ ਡਾਕ 'ਚ ਜਾਏਗਾ। ਡਾਕ 'ਚ ਕਿੱਥੇ ਜਾਏਗਾ ਤੁਸੀਂ ਦੇਖ ਲੈਣਾ, ਤੁਹਾਡੀ ਸਟੇਟ ਨੂੰ ਕਿਹੜਾ ਆਫਿਸ ਲੱਗਦਾ ਜਿੱਥੇ I-90 ਜਮ੍ਹਾਂ ਹੋਣਾ। I-90 ਦੇ ਐਡਰੈਸ ਦੇ ਉੱਤੇ ਤੁਸੀਂ 912 ਵੀ ਨਾਲ ਹੀ ਰੱਖ ਕੇ ਭੇਜਣਾ ਹੈ। ਯਾਦ ਰੱਖਣਾ, 912 ਦਾ ਆਪਣਾ ਕੋਈ ਐਡਰੈਸ ਨਹੀਂ ਹੈਗਾ, I-90 ਦੇ ਐਡਰੈਸ ਦੇ ਉੱਤੇ ਹੀ 912 ਜਾਏਗਾ। ਉੱਥੇ ਤੁਹਾਡਾ ਚਲਾ ਜਾਏਗਾ। ਉਸ ਤੋਂ ਬਾਅਦ ਤੁਹਾਨੂੰ ਉੱਥੋਂ ਆਪਣਾ ਲੈਟਰ ਆਏਗਾ ਕਿ ਵੀ ਅਸੀਂ ਤੁਹਾਡਾ ਐਕਸੈਪਟ ਕਰ ਲਿਆ, ਤੁਹਾਡੀ ਫੀਸ ਮਾਫ ਕਰਤੀ ਹੈ, ਤੇ ਨਾਲ ਹੀ ਫਿਰ ਤੁਹਾਡੇ ਬਾਇਓਮੈਟ੍ਰਿਕਸ ਆ ਜਾਣਗੇ, ਉਹ ਤੁਹਾਡਾ ਰਿਨਿਊ ਦਾ ਜੋ ਤਰੀਕਾ ਪਹਿਲਾਂ ਦੱਸਿਆ ਉਹ ਹੋ ਜਾਏਗਾ।
ਜੇ ਤੁਸੀਂ ਫੀਸ ਮਾਫ ਕਰਾਣੀ ਹੈ ਤੇ ਫਿਰ 2 ਫਾਰਮ ਨਾਲ ਲੱਗ ਕੇ ਜਾਣਗੇ। ਇਹਦੇ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਮੇਰੇ ਕੋਲ ਪੁੱਛ ਸਕਦੇ ਹੋ। ਬੜਾ ਹੀ ਆਸਾਨ ਹੈ, ਬੜਾ ਹੀ ਸਿੱਧਾ ਤਰੀਕਾ, ਕੋਈ ਟੈਨਸ਼ਨ ਦੀ ਗੱਲ ਨਹੀਂ। ਹੱਤਾ ਕਿ ਤੁਸੀਂ ਅਗਰ ਅਮਰੀਕਾ ਤੋਂ ਬਾਹਰ ਵੀ ਹੋ, ਤੁਹਾਡਾ ਐਕਸਪਾਇਰ ਹੋ ਜੇ, ਉੱਥੋਂ ਵੀ ਤੁਹਾਨੂੰ ਆਰਜ਼ੀ ਦੇ ਕੇ ਤੇ ਵਾਪਸ ਭੇਜ ਦਿੰਦੇ ਨੇ। ਇੱਥੇ ਆ ਕੇ ਤੁਸੀਂ ਆਪਣਾ ਰੀਨਿਊ ਕਰਵਾ ਲੈਂਦੇ ਹੋ ਜਾਂ ਨਵਾਂ ਹਾਸਲ ਕਰ ਲੈਂਦੇ ਹੋ। ਅਮਰੀਕਨ ਸਿਸਟਮ ਹੈ, ਹਰ ਚੀਜ਼ ਬੜੀ ਸਮੂਥ ਸਿੱਧੀ ਹੈ, ਤੰਗ ਨਹੀਂ ਕਰਦੇ। ਹਾਂ, ਤੁਸੀਂ ਲੀਗਲ ਹੋਵੋ, ਤੁਹਾਨੂੰ ਕੋਈ ਤੰਗ ਨਹੀਂ ਕਰੇਗਾ। ਤੇ ਜੇ ਤੁਸੀਂ ਇਲੀਗਲ ਹੋਵੋਗੇ, ਜ਼ਾਹਿਰ ਫਿਰ ਉਹਨਾਂ ਦਾ ਹੱਕ ਹੈ ਕਿ ਉਹ ਤੁਹਾਡੇ ਕੋਲ ਸਵਾਲ ਕਰਨ, ਮਸਲੇ ਕਰਨ, ਜੋ ਵੀ ਉਹ ਕਰ ਸਕਦੇ ਨੇ। ਲੇਕਿਨ ਲੀਗਲ ਬੰਦੇ ਨੂੰ, ਡਾਕੂਮੈਂਟਸ ਵਾਲੇ ਨੂੰ ਕੋਈ ਟੈਨਸ਼ਨ ਨਹੀਂ ਹੈਗੀ। ਉਹਨਾਂ ਦਾ ਕੋਈ ਵੀ ਮਸਲਾ ਹੋਵੇ ਬੜੇ ਅੱਛੇ ਤਰੀਕੇ ਨਾਲ ਹੱਲ ਕਰਦੇ ਨੇ। ਥੈਂਕ ਯੂ ਸੋ ਮਚ।